दो तलवारां वधियां, एक मीरी दी एक पीरी दी, एक अजमत दी एक राज दी, एक राखी करे वजीरी दी। धामी साहब तुसीं कहने हो कि ਅਸੀਂ ਆਪਣੀਆਂ ਪੁਰਾਣੀਆਂ ਰੌ ਰੀਤਾਂ ਦੇ ਹਿਸਾਬ ਦੇ ਨਾਲ ਜਾਵਾਂਗੇ, ਢੋਲ ਧਮਾਕੇ ਦੇ ਨਾਲ ਉੱਥੋਂ ਜਾਵਾਂਗੇ ਤੇ ਉੱਥੇ ਪਹੁੰਚਾਂਗੇ। ਕਰਾਂਗੇ ਇਸ ਤੇ ਵੀ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ, ਅੱਜ ਮੀਰੀ ਪੀਰੀ ਦਿਹਾੜਾ ਹੈ। ਉਹ ਦਿਨ ਜਦੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਾਰਨ ਕੀਤੀਆਂ ਸੀ। ਪਰ ਬਹੁਤ ਵੱਡਾ ਕਨਫਿਊਜ਼ਨ ਹੈ। ਅੱਜ ਤਰੀਕ ਅਗਰ ਮੈਂ ਗਲਤ ਨਹੀਂ ਆ 28 ਜੂਨ ਹੈ। ਜੇ ਅਗਰ ਤੁਸੀਂ ਸੋਸ਼ਲ ਮੀਡੀਆ ਉੱਤੇ ਦੇਖੋ ਜਾਂ ਨੈੱਟ ਉੱਤੇ ਦੇਖੋ ਤਾਂ 11 ਜਾਂ 12 ਜੂਨ 1606 ਦਿਖਾਇਆ ਜਾਂਦਾ ਹੈ ਵੀ ਅੱਜ ਦੇ ਦਿਨ ਇਹ ਤਲਵਾਰਾਂ ਧਾਰਨ ਕੀਤੀਆਂ ਗਈਆਂ ਸੀ। ਹੁਣ ਗੱਲ ਉੱਥੇ ਹੀ ਆ ਜਾਂਦੀ ਹੈ। ਮੀਰੀ ਪੀਰੀ ਦੀ ਗੱਲ ਤਾਂ ਕਰਾਂਗੇ, ਜ਼ਰੂਰ ਕਰਾਂਗੇ। ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਆਖਰ SGPC 'ਚ ਕੀ ਚੱਲ ਰਿਹਾ ਹੈ, ਧਾਮੀ ਸਾਹਿਬ ਨੇ ਕੀ ਕਿਹਾ, ਅਸੀਂ ਕਿਹੜੀਆਂ ਆਪਣੀਆਂ ਰੌ ਰੀਤਾਂ ਲੈ ਕੇ ਚੱਲ ਰਹੇ ਹਾਂ, ਰਵਾਇਤਾਂ ਸਾਡੀਆਂ ਅਸਲ 'ਚ ਕਿਹੜੀਆਂ ਨੇ, ਕਿੰਨੀਆਂ ਕੀ ਤੋੜੀਆਂ ਨੇ ਤੇ ਕਿੰਨੀਆਂ ਕੀ ਬਣਾ ਕੇ ਰੱਖੀਆਂ ਨੇ। ਹਰ ਵਿਸ਼ੇ ਉੱਤੇ ਗੱਲ ਕਰਾਂਗੇ। ਪਰ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹੀ ਹੈ ਵੀ ਅਸੀਂ ਆਪਣੇ ਸ਼ਹੀਦੀ ਦਿਹਾੜੇ ਜਾਂ ਅਸੀਂ ਆਪਣੇ ਗੁਰਪੁਰਬ ਕਿਸੇ ਇੱਕ ਤਰੀਕ 'ਤੇ ਕਿਉਂ ਨਹੀਂ ਮਨਾਉਂਦੇ। ਆਈ ਥਿੰਕ 2000 ਦੇ ਵਿੱਚ ਜਾਂ 2001 ਦੇ ਵਿੱਚ ਤੇ ਆਉਣ ਵਾਲੇ 1-2 ਸਾਲਾਂ ਦੇ ਵਿੱਚ ਵੀ ਉਹ ਦਿਨ, ਉਹ ਸਾਲ ਫਿਰ ਤੋਂ ਆਉਣ ਵਾਲਾ ਹੈ ਜਦੋਂ ਗੁਰੂ ਕਲਗੀਧਰ ਦਾ ਪ੍ਰਕਾਸ਼ ਪੁਰਬ ਆਉਣਾ ਹੀ ਨਹੀਂ ਹੈ। ਮਤਲਬ ਇੱਕ ਸਾਲ 10-15 ਸਾਲਾਂ ਬਾਅਦ ਅਜਿਹਾ ਆਉਂਦਾ ਇਹਨਾਂ ਦੇ ਕੈਲੰਡਰ ਦੇ ਹਿਸਾਬ ਨਾਲ ਜਦੋਂ ਗੁਰੂ ਕਲਗੀਧਰ ਮਤਲਬ ਪੈਦਾ ਹੀ ਨਹੀਂ ਹੁੰਦੇ, ਪ੍ਰਕਾਸ਼ ਪੁਰਬ ਆਉਂਦਾ ਹੀ ਨਹੀਂ ਉਹਨਾਂ ਦਾ। ਹੁਣ ਇੰਨੀ ਵੱਡੀ ਦੁਬਿਧਾ ਕਿਸੇ ਕੌਮ ਦੇ ਵਿੱਚ ਨਹੀਂ ਹੋਊਗੀ, ਪਰ ਸਾਡੀ ਕੌਮ 'ਚ ਹੈ ਕਿਉਂਕਿ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਕਦੇ ਅਪਣਾਇਆ ਹੀ ਨਹੀਂ। ਅਸੀਂ ਕਦੀ ਤਰੀਕਾਂ ਮਤਲਬ ਤੈਅ ਕੀਤੀਆਂ ਹੀ ਨਹੀਂ। ਅਸੀਂ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਕਦੀ ਚੱਲੇ ਹੀ ਨਹੀਂ ਕਿ ਅਸੀਂ ਕੌਮ ਨੂੰ ਇੱਕ ਸੁਨੇਹਾ ਦੇ ਸਕੀਏ ਵੀ ਹਾਂ ਸਿੱਖ ਕੌਮ ਦੀਆਂ ਆਹ ਪ੍ਰਕਾਸ਼ ਦਿਹਾੜਿਆਂ ਦੀਆਂ ਅਸਲ ਤਰੀਕਾਂ ਨੇ, ਆਹ ਸ਼ਹੀਦੀ ਪੁਰਬਾਂ ਦੀਆਂ ਅਸਲ ਤਰੀਕਾਂ ਨੇ ਤੇ ਆਹ ਬਾਕੀ ਦੇ ਖਾਸ ਦਿਹਾੜਿਆਂ ਦੀਆਂ ਅਸਲ ਤਰੀਕਾਂ ਨੇ। ਧਾਮੀ ਸਾਹਿਬ ਤੁਹਾਨੂੰ ਬੇਨਤੀ ਕਰ ਰਿਹਾ ਆ, ਹੋਰ ਨਹੀਂ ਕੁਛ ਤਾਂ ਇਧਰਲੇ ਪਾਸੇ ਘੱਟੋ ਘੱਟ ਧਿਆਨ ਦੇ ਦਿਓ। ਛੱਡੋ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ, ਕਿਉਂਕਿ ਅਸੀਂ ਸਿਰਫ ਬੋਲਣ ਜੋਗੇ ਆ। ਖੈਰ ਸੰਗਤ ਨੂੰ ਥੋੜੀ ਜੀ ਰੌਸ਼ਨੀ ਪਾ ਦਈਏ। ਮੀਰੀ ਅਤੇ ਪੀਰੀ ਇਹ ਸ਼ਬਦ ਜਿਹੜੇ ਨੇ ਇਹ ਪੰਜਾਬੀ ਭਾਸ਼ਾ ਤੋਂ ਨਹੀਂ ਹੈ, ਅਰਬੀ ਤੇ ਫਾਰਸੀ ਤੋਂ ਲਿੱਤੇ ਗਏ ਇਹ ਦੋਨੋਂ ਸ਼ਬਦ ਨੇ। ਇੱਕ ਸ਼ਬਦ ਜਿਹੜਾ ਹੈਗਾ ਆ, ਅਗਰ ਅਸੀਂ ਮੀਰੀ ਦੀ ਗੱਲ ਕੀਤੀ ਜਾਵੇ ਤਾਂ ਮੀਰੀ ਸ਼ਬਦ ਜਿਹੜਾ ਆ ਉਹ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਮੀਰੀ ਦਾ ਮਤਲਬ ਹੈ ਮੀਰ, ਅਮੀਰ, ਜਾਂ ਕਹਿ ਸਕਦੇ ਹੋ ਤੁਸੀਂ ਬਾਦਸ਼ਾਹ। ਪੀਰੀ ਸ਼ਬਦ ਜਿਹੜਾ ਹੈ ਉਹ ਫਾਰਸੀ ਤੋਂ ਲਿੱਤਾ ਗਿਆ ਹੈ ਤੇ ਪੀਰੀ ਸ਼ਬਦ ਦਾ ਅਰਥ ਹੈ ਪੀਰ, ਪੈਗੰਬਰ ਲਾ ਲਓ ਤੁਸੀਂ, ਗੁਰੂ, ਤੇ ਉਹ ਆਪੋਜ਼ਿਟ ਧਰਮ ਤੇ ਰਾਜਨੀਤੀ। ਪਰ ਇਹਦੀ ਲੋੜ ਸਾਨੂੰ ਕਿਉਂ ਪਈ? ਬੇਸ਼ੱਕ ਬਾਬਰ ਬਾਣੀ ਜਿਹੜੀ ਬਾਬੇ ਨਾਨਕ ਦੀ ਹੈ ਉਹਦੇ ਵਿੱਚ ਸਾਨੂੰ ਵਿਰੋਧਤਾ ਨਜ਼ਰ ਆਉਂਦੀ ਹੈ ਕਿਉਂਕਿ ਬਾਬਰ ਨੂੰ ਜਾਬਰ ਕਿਹਾ ਉਹਨਾਂ ਨੇ। ਸਭ ਤੋਂ ਪਹਿਲਾਂ ਜ਼ੁਲਮ ਦਾ ਟਾਕਰਾ ਬਾਬੇ ਨਾਨਕ ਨੇ ਕਰਨਾ ਸ਼ੁਰੂ ਕੀਤਾ। ਪਰ ਉਸ ਤੋਂ ਬਾਅਦ ਮੀਰੀ ਤੇ ਪੀਰੀ ਦਾ ਸਿਧਾਂਤ ਸਾਨੂੰ ਅਪਣਾਉਣ ਦੀ ਕੀ ਲੋੜ ਪਈ? ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਇੰਨੇ ਤਸੀਹੇ ਦਿੱਤੇ, ਇੰਨੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਸ ਤੋਂ ਬਾਅਦ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ। ਫਿਰ ਮੀਰੀ ਤੇ ਪੀਰੀ ਦਾ ਸਿਧਾਂਤ ਸਾਡੀ ਕੌਮ ਦੇ ਵਿੱਚ ਆਇਆ। ਅੱਜ ਵੀ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਇੱਕ ਪਾਸੇ ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਝੂਲਦੇ ਆ। ਧਰਮ ਹੇਠ ਰਾਜਨੀਤੀ ਚੰਗੀ ਲੱਗਦੀ ਹੈ, ਧਰਮ ਹੇਠ ਹੀ ਰਾਜਨੀਤੀ ਰਹਿਣੀ ਚਾਹੀਦੀ ਹੈ। ਪਰ ਅਸੀਂ ਪੈਰ ਦੀ ਜੁੱਤੀ ਚੱਕ ਕੇ ਸਿਰ ਦੇ ਉੱਤੇ ਰੱਖ ਲਈ। ਅਸੀਂ ਰਾਜਨੀਤੀ ਹੇਠ ਧਰਮ ਕਰ ਦਿੱਤਾ। ਫਿਰ ਅਸੀਂ ਜਿੰਨਾ ਮਰਜੀ ਆਪਣੇ ਆਪ ਨੂੰ ਕਹਿ ਦਈਏ ਕਿ ਅਸੀਂ ਪੰਥਕ ਹਾਂ ਜੀ, ਅਸੀਂ ਪੰਥਕ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਅਗਰ ਉਹਦੀ ਗੱਲ ਕੀਤੀ ਜਾਵੇ ਤਾਂ ਉਹ ਕਿਸ ਨੇ ਕੀਤੀ? ਸ਼੍ਰੀ ਅਕਾਲ ਤਖਤ ਸਾਹਿਬ ਕਿਸੇ ਰਾਮ ਮਿਸਤਰੀ ਨੇ, ਕਿਸੇ ਰਾਜ ਮਿਸਤਰੀ ਨੇ ਬਣਾਇਆ ਸੀ? ਕਿਸ ਨੇ ਉਸ ਦੀ ਮਤਲਬ ਸ਼ੁਰੂਆਤ ਕੀਤੀ? ਕਿਸੇ ਰਾਜ ਨਾਲ ਹੱਥ ਲਗਾਇਆ, ਬੁੱਢੇ ਉਹ ਗੁਰਦਾਸ ਬਣਾਇਆ। ਹੁਣ ਕਿਸੇ ਰਾਜ ਮਿਸਤਰੀ ਨਹੀਂ ਸੀ ਬਣਾਇਆ, ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਉਸ ਅਕਾਲ ਦੇ ਤਖਤ ਨੂੰ ਸਿਰਜਣ ਵਾਲੇ ਉਹ ਸੀ, ਬਣਾਉਣ ਵਾਲੇ ਉਹ ਸੀ। ਜਿੱਥੇ ਅੱਜ ਸਾਡੇ ਸਤਿਕਾਰਯੋਗ ਜਥੇਦਾਰ ਵਿਰਾਜਮਾਨ ਹੁੰਦੇ ਨੇ, ਪਰ ਅਸਤਿਕਾਰਯੋਗ ਜਦੋਂ ਉਹ ਹਰਕਤਾਂ ਕਰਦੇ ਨੇ ਤਾਂ ਮੈਂ ਪਹਿਲਾਂ ਵੀ ਕਿਹਾ ਆ ਵੀ ਉਸ ਤਖਤ ਨੂੰ ਕਦੇ ਫਰਕ ਨਹੀਂ ਪੈਣਾ। ਉਹ ਮਹਾਨ ਸੀ, ਮਹਾਨ ਹੈ ਤੇ ਮਹਾਨ ਹੀ ਰਹੂਗਾ। ਪਰ ਜਿਹੜੇ ਸਾਡੇ ਆਗੂ ਉੱਥੇ ਬਹਿੰਦੇ ਨੇ ਉਹਨਾਂ ਨੇ ਤੈਅ ਕਰਨਾ ਹੈ ਕਿ ਉਹ ਕਿੱਦਾਂ ਦੀ ਛਾਪ ਛੱਡ ਕੇ ਜਾਂਦੇ ਨੇ। ਉਹ ਅਕਾਲੀ ਫੂਲਾ ਸਿੰਘ ਬਣਦੇ ਨੇ ਜਾਂ ਗੁਰਬਚਨ ਸਿੰਘ ਬਣਦੇ ਨੇ।
ਕਿਉਂਕਿ ਜਥੇਦਾਰ ਤਾਂ ਉਹਨਾਂ ਦੇ ਅੱਗੇ ਵੀ ਲਾਣਾ ਬਣਦਾ ਆ ਸਾਡਾ। ਪਰ ਜੇਕਰ ਤੁਸੀਂ ਮਰਿਆਦਾ ਦੀ ਗੱਲ ਕਰਦੇ ਹੋ, ਜੇਕਰ ਤੁਸੀਂ ਕਹਿੰਦੇ ਹੋ ਵੀ ਸਾਡੀਆਂ ਪੁਰਾਣੀਆਂ ਰਹੁ ਰੀਤਾਂ ਹੈ ਨੇ, ਮੈਨੂੰ ਦੱਸ ਦਿਓ ਕਿ ਕਿੰਨੇ ਕੀ ਬਲਾਤਕਾਰੀਆਂ ਨੂੰ ਸਾਡੇ ਗੁਰਾਂ ਨੇ ਮਾਫੀਆਂ ਦਿੱਤੀਆਂ ਨੇ। ਆਈ ਥਿੰਕ ਗੁਰਬਚਨ ਸਿੰਘ ਨੂੰ ਹੀ ਜੋਗੀ ਭਜਨ ਵਾਲੇ 5000 ਲੋਕਾਂ ਨੇ ਸਾਈਨ ਕਰਕੇ ਖੱਤ ਦਿੱਤਾ ਸੀ। ਫੋਟੋ ਤੁਸੀਂ ਕੱਲ੍ਹ ਵਾਲੀ ਵੀਡੀਓ 'ਚ ਵੀ ਦੇਖ ਲਿਆ, ਅੱਜ ਫਿਰ ਤੋਂ ਮੈਂ ਰਿਪੀਟ ਕਰਦਾ। ਕੀ ਕੀਤਾ ਉਹਦਾ? ਕੁਛ ਨਹੀਂ। ਬਲਾਤਕਾਰੀ ਰਾਮ ਰਹੀਮ ਜਿਹਨੇ ਪਤਾ ਨਹੀਂ ਕਿੰਨੇ ਨਪੁੰਸਕ ਕੀਤੇ, ਛੋਟੀਆਂ ਛੋਟੀਆਂ ਬੱਚੀਆਂ ਨਾਲ ਕੀ ਕੁਝ ਕੀਤਾ। ਗੁਫਾ ਸਾਰਿਆਂ ਨੂੰ ਯਾਦ ਹੋਣੀ ਹੈ, ਕਿੱਦਾਂ ਉਹਦੀ ਭੁੱਲ ਸਕਦੇ ਹੋ। ਤੇ ਆਏ ਦਿਨ ਪੈਰੋਲਾਂ ਦੇ ਵਿੱਚ ਉਹ ਬਾਹਰ ਆਇਆ ਹੁੰਦਾ ਹੈ। ਤੇ ਬੰਦੀ ਸਿੰਘਾਂ ਦੀ ਅਗਰ ਗੱਲ ਕੀਤੀ ਜਾਵੇ ਤੇ ਉਹਨਾਂ ਦਾ ਕੋਈ ਪਤਾ ਨਹੀਂ ਬੰਦੀ ਸਿੰਘਾਂ ਦਾ। ਬੰਦੀ ਸਿੰਘਾਂ ਨੂੰ ਰਿਹਾ ਕਰਨ ਬਾਰੇ ਕੋਈ ਸੋਚਦਾ ਹੀ ਨਹੀਂ, ਕੋਈ ਗੱਲ ਕਰਦਾ ਹੀ ਨਹੀਂ। ਹਾਂ, ਧਾਮੀ ਸਾਹਿਬ ਨੇ ਜ਼ਰੂਰ ਕੀਤੀ ਹੈ ਗੱਲ, ਡਿਬਰੂਗੜ੍ਹ ਵਾਲਿਆਂ ਦੀ ਕੀਤੀ ਹੈ ਗੱਲ ਉਹਨਾਂ ਨੇ। ਤੇ ਬੰਦੀ ਸਿੰਘਾਂ ਦੀ ਗੱਲ ਅਗਰ ਕੀਤੀ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਮੋਰਚੇ ਤੁਸੀਂ ਲਾ ਰਹੇ ਹੋ, ਮੋਰਚਾ ਤਾਂ ਚੰਡੀਗੜ੍ਹ ਵੀ ਲੱਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਹਾਮੀ ਭਰੋ ਤਾਂ ਅਸੀਂ ਮੰਨਾਂਗੇ ਕਿ ਹਾਂ ਵਾਕਈ ਹੀ ਸਾਡੇ ਪ੍ਰਧਾਨ ਜਥੇਦਾਰ ਜਿਹੜੇ ਹੈ ਨੇ ਉਹ ਕੌਮ ਦੇ ਹੱਕ ਵਿੱਚ ਭੁਗਤ ਰਹੇ ਨੇ। ਮੈਂ ਸੱਚੀ ਦਿਲੋਂ ਕਹਿਣਾ ਆ, ਮੈਨੂੰ ਕਿਸੇ ਜਥੇਦਾਰ ਤੋਂ, ਕਿਸੇ ਪ੍ਰਧਾਨ ਤੋਂ, ਕਿਸੇ ਧਾਰਮਿਕ ਆਗੂ ਤੋਂ ਕੋਈ ਪਰਸਨਲੀ ਰੰਜਿਸ਼ ਨਹੀਂ ਆ। ਪਰ ਹਾਂ, ਤੁਹਾਡੇ ਹਿਸਾਬ ਦੇ ਨਾਲ ਅਸੀਂ ਚਾਹੇ ਬੇਗੁਰੇ ਹਾਂ, ਬੇਹੁਰਮਤੇ ਹਾਂ, ਧਾਮੀ ਸਾਹਿਬ ਨੇ ਇਹ ਸ਼ਬਦ ਵਰਤੇ ਸੀ, ਬੇਸ਼ੱਕ ਭਗਵੰਤ ਮਾਨ ਵਾਸਤੇ ਵਰਤੇ ਸੀ, ਠੀਕ ਹੈ। ਬੇਗੁਰਮਤੇ, ਬੇਹੁਰਮਤੇ, ਕਿ ਸ਼ਕਲਾਂ ਇਹਨਾਂ ਦੀਆਂ ਹੈ ਨਹੀਂ ਗੀਆਂ ਉੱਦਾਂ ਦੀਆਂ, ਇਹ ਸਿੱਖ ਹੈ ਹੀ ਨਹੀਂ, ਇਹ ਸਿੱਖ ਕਹਾਣ ਦੇ ਲਾਇਕ ਨਹੀਂ ਹੈ। ਮੰਨ ਲੈਂਦੇ ਹਾਂ ਤੁਹਾਡੀਆਂ ਸਾਰੀਆਂ ਗੱਲਾਂ, ਪਰ ਦਰਦ ਤਾਂ ਸਾਨੂੰ ਵੀ ਹੁੰਦਾ ਹੈ ਜੀ। ਸਾਡੇ ਪੁਰਖਿਆਂ ਨੇ ਤਾਂ ਕਿਤੇ ਨਾ ਕਿਤੇ ਗੁਰੂ ਕਲਗੀਧਰ ਦੇ ਵਾਟੇ ਦਾ ਅੰਮ੍ਰਿਤ ਛਕਿਆ ਹੀ ਹੋਣਾ ਆ, ਤਾਂ ਹੀ ਕਿਤੇ ਨਾ ਕਿਤੇ ਉਹ ਤਾਂਘ ਜਿਹੜੀ ਹੈਗੀ ਹੈ ਨਾ, ਉਹ ਅੰਦਰ ਸਾਡੇ ਉਹ ਚਿਣਕ ਰਹਿੰਦੀ ਆ। ਉਹ ਮਤਲਬ ਕਹਿ ਲਈਏ ਵੀ ਤੁਸੀਂ ਹੱਡ ਜੇਕਰ ਪੀੜ ਦੋਗੇ ਨਾ, ਪੰਜਾਲੀ 'ਚ ਪਾ ਕੇ ਵੀ ਪੀੜਨੀ 'ਚ ਪਾ ਕੇ ਹੱਡ ਵੀ ਪੀੜ ਦੋਗੇ, ਤਾਂ ਉਸ ਅੰਮ੍ਰਿਤ ਦੀ ਦਾਤ ਦੀ ਕਣ ਜਿਹੜੀ ਹੈਗੀ ਹੈ ਨਾ, ਉਹ ਪੀੜ੍ਹੀ ਦਰ ਪੀੜ੍ਹੀ ਜਿਹੜੀ ਬੱਚਿਆਂ 'ਚ ਆ ਗਈ, ਚਾਹੇ ਅੱਜ ਉਹ ਮਤਲਬ ਹੁਰਮਤੇ ਹੋ ਜਾਣ, ਬੇਗੁਰੇ ਹੋ ਜਾਣ, ਉਹ ਚਿਣਗ ਅੰਦਰ ਹੈਗੀ ਹੈ। ਤਾਂ ਹੀ ਜਦੋਂ ਪੰਜਾਬ ਦੇ ਉੱਤੇ ਕੋਈ ਗੱਲ ਆਉਂਦੀ ਹੈ, ਗੁਰੂ ਸਾਹਿਬ ਦੀ ਬੇਅਦਬੀ ਦੀ ਕੋਈ ਘਟਨਾ ਵਾਪਰਦੀ ਹੈ, ਕਿਸੇ ਸਿੱਖ ਦੀ ਦਸਤਾਰ ਨੂੰ ਹੱਥ ਪੈਂਦਾ ਹੈ, ਕਿਸੇ ਗੁਰਸਿੱਖ ਦੀ ਦਸਤਾਰ ਨੂੰ ਹੱਥ ਪੈਂਦਾ, ਉਹਦੇ ਨਾਲ ਕੁਝ ਮਾੜਾ ਹੁੰਦਾ ਹੈ, ਸ਼ਾਇਦ ਤੁਹਾਡੇ ਬਾਣੀ ਦੇ ਧਾਰਨੀ ਬਹੁਤ ਘੱਟ ਬਾਹਰ ਨਿਕਲਦੇ ਹੋਣਗੇ। ਨੌਜਵਾਨ ਪਿੰਡਾਂ ਦੇ ਇੱਕ ਦੂਜੇ ਨੂੰ ਪਾੜਨ ਵਾਸਤੇ ਆ ਜਾਂਦੇ ਨੇ ਕਿ ਹਿੰਮਤ ਕਿੱਦਾਂ ਹੋ ਗਈ ਦਸਤਾਰ ਵੱਲ ਹੱਥ ਕਰਨ ਦੀ। ਫਿਰ ਤੁਸੀਂ ਉਹਨਾਂ ਨੂੰ ਕੀ ਕਹੋਗੇ? ਸੋ ਇਹ ਜਿਹੜੀ ਫਿਲਾਸਫੀ ਤੁਹਾਡੀ ਹੈਗੀ ਹੈ ਬਹੁਤ ਚੰਗੀ ਹੈ, ਪਰ ਉੱਥੇ ਹੀ ਮੈਂ ਅਗਰ ਕਹਾਂ ਕਿ ਹਾਂ ਬਹੁਤ ਸਾਰੇ ਨੌਜਵਾਨ ਇੱਦਾਂ ਦੇ ਨੇ ਜਿਹੜੇ ਮਰਿਆਦਾ ਤੋਂ ਹੀ ਬਹੁਤ ਦੂਰ ਨੇ, ਜਿਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਮਰਿਆਦਾ ਮੰਨਣੀ ਕਿਹੜੀ ਹੈ। ਮੈਂ ਸਿੰਪਲ ਕਹਿਣਾ, ਨੌਜਵਾਨ ਹੈਗੇ ਨੇ, ਮੈਨੂੰ ਬੜੇ ਨੌਜਵਾਨਾਂ ਨੇ ਮੈਨੂੰ ਸਵਾਲ ਕੀਤਾ ਵੀ ਸੈਣੀ ਸਾਹਿਬ ਸਾਡਾ ਖੰਡੇ ਬਾਟੇ ਦੀ ਪਹੁਲ ਲੈਣ ਦਾ ਬਹੁਤ ਦਿਲ ਕਰਦਾ ਆ। ਮੈਂ ਕਹਿਣਾ ਹੁੰਦਾ ਬੱਚਿਆਂ ਨੂੰ ਕਿ ਬੇਟਾ ਜਾਓ, ਦਿਲ ਕਰਦਾ ਹੈ ਜ਼ਰੂਰ ਖੰਡੇ ਬਾਟੇ ਦੀ ਪਹੁਲ ਲਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਫੌਜ 'ਚ ਭਰਤੀ ਹੋਵੋ। ਫਿਰ ਅੱਗੇ ਉਹਨਾਂ ਦਾ ਜਵਾਬ ਹੁੰਦਾ ਹੈ, ਅੱਜ ਮੀਰੀ ਪੀਰੀ ਦਿਹਾੜਾ ਹੈ, ਇਸ ਕਰਕੇ ਉਸ ਦੇ ਨਾਲ ਜੋੜ ਕੇ ਹੀ ਬੋਲਾਂਗਾ ਕਿ ਜੀ ਗੁਰੂ ਦੀ ਫੌਜ 'ਚ ਤਾਂ ਭਰਤੀ ਹੋ ਜਾਈਏ, ਪਰ ਅੰਮ੍ਰਿਤ ਕਿੱਥੋਂ ਛਕੀਏ? ਅਸੀਂ ਨਿਹੰਗ ਸਿੰਘ ਜਥੇਬੰਦੀਆਂ ਕੋਲੋਂ ਛਕ ਲਈਏ, ਦਰਬਾਰ ਸਾਹਿਬ ਜਾਈਏ, ਨਾਨਕਸਰੀਆਂ ਕੋਲੋਂ ਛਕ ਲਈਏ, ਹਜੂਰ ਸਾਹਿਬ ਜਾਈਏ, ਸ਼ੱਕ ਤਾਂ ਕਿਤੋਂ ਵੀ ਆਵਾਂਗੇ ਜੀ। ਫਿਰ ਮਰਿਆਦਾ ਕਿਹੜੀ ਨਿਭਾਈਏ? ਦੱਸੋ, ਤੁਹਾਨੂੰ ਪੁੱਛ ਰਿਹਾ ਧਾਮੀ ਸਾਹਿਬ, ਦੱਸੋ ਪੰਥ ਪ੍ਰਵਾਨਕ ਮਰਿਆਦਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਾਰੀ ਕੀਤੀ, ਪਿੱਛੇ ਜਿਹੇ ਵੀ ਉਹਦਾ ਰੌਲਾ ਪਿਆ ਸੀਗਾ, ਮਰਿਆਦਾ ਕਿਹੜੀ ਨਿਭਾਈਏ? ਮਾਸ ਕਹਿ ਮੂਰਖ ਝਗੜੇ। ਹੁਣ ਮਾਸ ਦੇ ਉੱਤੇ ਬੜਾ ਰੌਲਾ ਪਿਆ ਆ, ਬੇਸ਼ੱਕ ਗੁਰਬਾਣੀ ਕਹਿੰਦੀ ਹੈ, ਹੁਣ ਗੁਰਬਾਣੀ ਦਾ ਤਾਂ ਇਹ ਵੀ ਫਰਮਾਨ ਹੈ ਵੀ ਤੁਸੀਂ ਚਾਹੇ ਮਾਸ ਨਹੀਂ ਖਾਂਦੇ, ਪਰ ਕਿਸੇ ਨੂੰ ਖਾਂਦਾ ਦੇਖ ਕੇ ਜੇ ਤੁਹਾਡੇ ਮੂੰਹ 'ਚ ਪਾਣੀ ਆ ਗਿਆ ਤਾਂ ਸਮਝ ਲਓ ਤੁਸੀਂ ਖਾ ਲਿਆ। ਗੱਲ ਉਹੀ ਹੈ ਨਾ, ਤੁਹਾਡੀ ਅੰਤਰ ਆਤਮਾ ਦੀ ਗੱਲ ਹੈ, ਤੁਹਾਡੀ ਆਤਮਾ ਕਿੱਥੇ ਕੀ ਟਿਕਦੀ ਹੈ। ਜੇ ਸਾਡੀ ਆਤਮਾ ਦਸਾਂ ਗੁਰੂਆਂ ਦਾ ਜਾਗਦਾ ਜਿਉਂਦਾ ਜਾਗਦਾ ਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹੈ, ਤਾਂ ਕਿਸੇ ਸਿੱਖ ਦੀ ਇੰਨੀ ਹਿੰਮਤ, ਇੰਨੀ ਔਕਾਤ ਹੋ ਹੀ ਨਹੀਂ ਸਕਦੀ ਵੀ ਉਹ ਉਸ ਗੁਰੂ ਤੋਂ ਬਾਹਰ ਚੱਲ ਕੇ ਕਿਸੇ ਸੰਤਰੀ ਦਾ, ਕਿਸੇ ਮੰਤਰੀ ਦਾ, ਕਿਸੇ ਦੇਹਧਾਰੀ ਦਾ ਪੁਜਾਰੀ ਬਣ ਜੇ। ਪਰ ਅਸੀਂ ਬਣੇ ਹੋਏ ਹਾਂ। ਨਾਲ ਤੁਸੀਂ ਇੱਕ ਹੋਰ ਚੀਜ਼ ਕਹੀ ਵੀ ਅਗਰ ਸਾਡੀ ਗੱਲ ਨਾ ਮੰਨੀ ਗਈ ਕਿ ਮੈਂ ਪਹਿਲਾਂ ਕਿੱਦਾਂ ਦਾ ਸੀ, ਧਾਮੀ ਸਾਹਿਬ ਤੁਹਾਡੀ ਗੱਲ ਕਰ ਰਿਹਾ ਕਿ ਮੈਂ ਪਹਿਲਾਂ ਕਿੱਦਾਂ ਦਾ ਸੀ, ਜਿਹੜੇ ਲੋਕ ਮੈਨੂੰ ਜਾਣਦੇ ਨੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਮੈਂ ਮਾੜੇ ਜਾਂ ਕੌੜੇ ਸ਼ਬਦ ਵਰਤਣਾ ਨਹੀਂ ਚਾਹੁੰਦਾ, ਮੈਂ ਛੱਡ ਚੁੱਕਿਆ।
ਪਰ ਫਿਰ ਵੀ ਉਸ ਤੋਂ ਬਾਅਦ ਤੁਸੀਂ ਬੇਗੁਰੇ ਬੇ ਹੁਰਮਤੇ ਵਟਐਵਰ ਜੋ ਵੀ ਸ਼ਬਦ ਵਰਤੇ ਤੁਸੀਂ, ਕੋਈ ਗੱਲ ਨਹੀਂ, ਕੋਈ ਮਾੜਾ ਨਹੀਂ ਲੱਗਿਆ। ਗੁੱਸਾ ਹਰ ਕਿਸੇ ਨੂੰ ਆਉਂਦਾ ਹੈ, ਖਾਸ ਕਰਕੇ ਉਦੋਂ ਜਦੋਂ ਬੇਮਤਲਬ ਤੋਂ ਕਿਸੇ ਦੇ ਉੱਤੇ ਬਲੇਮ ਲੱਗ ਰਿਹਾ ਹੋਵੇ ਜਾਂ ਚੋਰ ਮਚਾਏ ਸ਼ੋਰ। ਠੀਕ ਹੈ ਜੀ। ਹੁਣ ਤੁਸੀਂ ਦੋਨੋਂ ਕੈਟਾਗਰੀਜ਼ ਵਿੱਚੋਂ ਡਿਸਾਈਡ ਕਰ ਲਿਓ ਵੀ ਤੁਹਾਡੀ ਕੈਟਾਗਰੀ ਕਿਹਦੇ ਵਿੱਚ ਆਉਂਦੀ ਹੈ। ਤੇ ਤੁਸੀਂ ਕਿਹਾ ਸੀ ਕਿ ਅਗਰ ਇਹ ਨਹੀਂ ਮੰਨਦੇ, ਕਿਉਂਕਿ 21 ਜੁਲਾਈ ਨੂੰ ਆਈ ਥਿੰਕ ਤੁਸੀਂ ਇਹ ਵੀ ਕਿਹਾ ਗੱਲ ਕਿ 21 ਜੁਲਾਈ ਨੂੰ ਪੀਟੀਸੀ ਦੇ ਨਾਲ ਕੰਟਰੈਕਟ ਖਤਮ ਹੋ ਰਿਹਾ ਆ, ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋਗੇ ਕੀ ਕਰਨਾ ਹੈ, ਚੈਨਲ ਸ਼ੁਰੂ ਕਰਨਾ। 21 ਜੁਲਾਈ ਨੂੰ ਜੇ ਤੁਹਾਨੂੰ ਪਤਾ ਹੀ ਹੈ ਕੰਟਰੈਕਟ ਪੀਟੀਸੀ ਦੇ ਨਾਲ ਖਤਮ ਹੋ ਰਿਹਾ ਹੈ ਤੁਹਾਡਾ ਗੁਰਬਾਣੀ ਦਾ, ਤਾਂ ਫਿਰ ਤੁਸੀਂ ਨੀਂਹ ਪੱਥਰ ਤਾਂ ਰੱਖੋ, ਐਲਾਨ ਤਾਂ ਕਰੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 21 ਜੁਲਾਈ ਤੋਂ ਬਾਅਦ ਰਿਲੇ ਦੇਵੇਗੀ 21 ਜੁਲਾਈ ਤੱਕ ਦਾ ਕੰਟਰੈਕਟ ਜਿਹੜਾ ਉਹ ਪੀਟੀਸੀ ਦੇ ਨਾਲ ਹੈਗਾ, ਉਸ ਤੋਂ ਬਾਅਦ ਪੀਟੀਸੀ ਨਾਲ ਕੰਟਰੈਕਟ ਸਾਡਾ ਖਤਮ ਹੋ ਰਿਹਾ ਹੈ। ਬਾਦਲਾਂ ਦੇ ਕਿਸੇ ਚੈਨਲ ਨੂੰ ਉਸ ਕੰਟਰੈਕਟ ਦਾ ਹਿੱਸਾ ਨਹੀਂ ਬਣਾਇਆ ਜਾਏਗਾ। ਅਸੀਂ ਰਿਲੇ ਕਰਾਂਗੇ ਤੇ ਐਸਜੀਪੀਸੀ ਦਾ ਜਿਹੜਾ ਚੈਨਲ ਹੈ ਉਹਦੇ ਵੱਲੋਂ ਰਿਲੇ ਕੀਤੀ ਜਾਏਗੀ ਗੁਰਬਾਣੀ, ਜਿਹੜੇ ਜਿਹੜੇ ਚੈਨਲਸ ਚਾਹੀਦੇ ਨੇ, ਬੇਸ਼ੱਕ ਉਹਦੇ ਵਿੱਚ ਪੀਟੀਸੀ ਵੀ ਬਾਅਦ ਦੇ ਵਿੱਚ ਹੋਵੇ। ਵੀ ਆਹ ਕ੍ਰਾਈਟੇਰੀਆ ਸਾਡਾ, ਜਿੱਦਾਂ ਦੂਜੇ ਚੈਨਲਸ ਨੂੰ ਦਿੱਤਾ ਜਾਏਗਾ ਕ੍ਰਾਈਟੇਰੀਆ ਦੇ ਹਿਸਾਬ ਦੇ ਨਾਲ ਲਿੰਕ, ਉਦਾਂ ਹੀ ਇਹਨਾਂ ਨੂੰ ਵੀ ਦਿੱਤਾ ਜਾਏਗਾ ਲਿੰਕ, ਚੱਲੇ, ਕੋਈ ਸਾਨੂੰ ਪ੍ਰੋਬਲਮ ਨਹੀਂ ਹੈਗੀ। ਪਰ ਹਾਂ ਉੱਥੇ ਫਿਰ ਟੈਂਡਰਾਂ ਵਾਲਾ ਪੰਗਾ ਨਾ ਪਾਇਓ ਵੀ ਟੈਂਡਰ ਭਰੋ ਜੀ, ਕਿਉਂਕਿ ਤੁਹਾਡੇ ਥੱਲੇ ਹੀ ਬੰਦੇ ਬੈਠੇ ਹੋਣੇ ਟੈਂਡਰ ਪਾਸ ਕਰਨ ਵਾਸਤੇ, ਜਿਹਨਾਂ ਨੇ ਮੂੰਹ ਫੜਨਾ ਸ਼ੁਰੂ ਕਰ ਦੇਣਾ 5 ਲੱਖ ਲਿਆਓ, 10 ਲੱਖ ਲਿਆਓ। ਫ੍ਰੀ ਮਤਲਬ ਫ੍ਰੀ, ਇਹ ਨਾ ਹੋਵੇ ਲੋਕਾਂ ਨੂੰ ਦਿਖਾਉਣ ਵਾਸਤੇ ਮੀਡੀਆ ਦੇ ਵਿੱਚ ਫ੍ਰੀ ਦੀ ਚੀਕਾਂ ਮਾਰੋ ਤੇ ਉਸ ਤੋਂ ਬਾਅਦ ਅੰਦਰ ਖਾਤੇ ਅੰਡਰ ਟੇਬਲ ਚੱਲ ਰਿਹਾ ਹੋਵੇ, ਕਿਉਂਕਿ ਆਕਾ ਤੁਹਾਡੇ ਇੱਕੋ ਹੀ ਨੇ। ਕਾਸ਼ ਤੁਸੀਂ ਜਿਸ ਗੁਰੂ ਰਾਮਦਾਸ ਦੀ ਗੋਦੀ ਦੇ ਵਿੱਚ ਬੈਠੇ ਹੋ ਉਹਨੂੰ ਸੱਚੇ ਦਿਲੋਂ ਧਾਰ ਕੇ ਉਹਨੂੰ ਹੀ ਆਪਣਾ ਅਸਲ ਖਸਮ, ਆਪਣਾ ਪਿਓ ਬਣਾ ਲਓ, ਤਾਂ ਸਾਨੂੰ ਇਹ ਚੀਜ਼ਾਂ ਨਾ ਦੇਖਣੀਆਂ ਪੈਣ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਉੱਤੇ ਤੁਹਾਨੂੰ ਬਾਰ-ਬਾਰ ਕਹਿੰਦੇ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਰ ਚਾਹੇ ਤਾਂ ਕੀ ਨਹੀਂ ਹੋ ਸਕਦਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਸਭ ਤੋਂ ਪਹਿਲਾਂ ਤਾਂ ਸਾਨੂੰ ਸਾਰੇ ਗੁਰੂ ਘਰਾਂ ਦੇ ਵਿੱਚ ਆਪਣੇ ਨਿਸ਼ਾਨ ਬਦਲੋ। ਤੁਸੀਂ, ਤੁਹਾਨੂੰ ਕਿਹੜਾ ਨਹੀਂ ਪਤਾ ਇਤਿਹਾਸ ਦਾ, ਜਾਣੂ ਹੀ ਹੋ ਤੁਸੀਂ। ਮੀਰੀ ਪੀਰੀ ਦਿਵਸ ਅੱਜ, ਤੇ ਉਸ ਤੋਂ ਬਾਅਦ ਕੀ ਸੀਗਾ, ਸੰਤ ਸਿਪਾਹੀ ਦਾ ਸਿਧਾਂਤ ਸੀਗਾ ਨਾ। ਹੁਣ ਮਤਲਬ ਸੰਤ ਤੇ ਸਿਪਾਹੀ ਸੋਚ ਕੇ ਦੇਖੋ, ਗੁਰੂ ਹਰਗੋਬਿੰਦ ਸਾਹਿਬ ਉਹ ਗੁਰੂ ਵੀ ਸੀ, ਸਿਪਾਹੀ ਵੀ ਸੀ। 2 ਤਲਵਾਰਾਂ ਅੱਜ ਹੀ ਜਥੇਦਾਰ ਰਘਵੀਰ ਸਿੰਘ ਨੇ ਦਿਖਾਈਆਂ ਨੇ ਨਾ, ਉਹਨਾਂ ਨੇ ਦਰਸ਼ਨ ਕਰਵਾਏ ਨੇ ਸੰਗਤ ਨੂੰ ਵੀ ਆਹ ਮੀਰੀ ਦੀ ਤਲਵਾਰ ਹੈ ਤੇ ਆਹ ਪੀਰੀ ਦੀ ਤਲਵਾਰ ਹੈ। ਪਰ ਕੀ ਤੁਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਅਪਣਾਉਣ ਜੋਗੇ ਹੈਗੇ ਹੋ? ਸੰਤ ਬਣਨ ਦੀ ਕੋਸ਼ਿਸ਼ ਕਰ ਰਹੇ ਹੋ? ਬ੍ਰਹਮ ਗਿਆਨੀ ਸ਼ਬਦ ਦਾ ਵੀ ਅਰਥ ਤੁਹਾਨੂੰ ਪੂਰੀ ਤਰ੍ਹਾਂ ਪਤਾ ਹੈ? ਬ੍ਰਹਮ ਗਿਆਨ ਤੱਕ ਪਹੁੰਚਣ ਤੱਕ ਵੀ ਕਾਬਿਲ ਹੈਗੇ ਹੋ? ਜੇ ਅੱਜ ਜਿਹੜੀ ਤੁਹਾਡੀ ਟਾਸਕ ਫੋਰਸ ਨੂੰ ਇੱਕ ਵਾਰ ਪਾਸੇ ਰੱਖ ਦਈਏ, ਜਿਹੜੇ ਗੁੰਡੇ ਤੁਸੀਂ 328 ਸਰੂਪਾਂ ਦਾ ਜਦੋਂ ਜਵਾਬ ਲੈਣ ਸਿੰਘ ਪਹੁੰਚਦੇ ਨੇ, ਉਹਨਾਂ ਨੂੰ ਛਿੱਤਰ ਫੇਰਨ ਵਾਸਤੇ ਰੱਖੇ ਹੋਏ ਨੇ। ਉਸ ਤੋਂ ਇਲਾਵਾ ਜੇ ਤੁਸੀਂ ਮੀਰੀ ਪੀਰੀ ਦੀ ਗੱਲ ਕਰਦੇ ਹੋ ਤਾਂ ਤੁਹਾਡੇ ਜਿਹੜੇ ਗੁਰੂ ਘਰਾਂ ਦੇ ਕਮੇਟੀਆਂ ਦੇ ਪ੍ਰਧਾਨ ਨੇ ਜਾਂ ਤੁਹਾਡੇ ਮੈਂਬਰ ਨੇ ਜਾਂ ਤੁਸੀਂ ਆਪ ਹੋ, 500 ਮੀਟਰ ਦੀ ਰੇਸ ਲਾ ਕੇ ਦਿਖਾ ਦਿਓ। ਠੀਕ ਹੈ, ਢੋਲਾਂ ਵਾਂਗੂ ਢਿੱਡ ਛੱਡੇ ਹੋਏ ਆ। ਮੀਰੀ ਪੀਰੀ ਦਾ ਸਿਧਾਂਤ ਹਰ ਕਿਸੇ ਉੱਤੇ ਲਾਗੂ ਹੁੰਦਾ ਸੀ, ਤਾਂ ਹੀ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਾਰਾਂ ਗਵਾਈਆਂ ਜਾਂਦੀਆਂ ਸੀ। ਸ਼ਾਮ ਦਾ ਇੱਕ ਸਮਾਂ ਫਿਕਸ ਹੁੰਦਾ ਸੀ, ਹਫ਼ਤੇ ਦਾ ਇੱਕ ਦਿਨ ਪੂਰਾ ਨਿਸ਼ਚਿਤ ਹੁੰਦਾ ਸੀ ਕਿ ਅੱਜ ਢਾਡੀ ਵਾਰਾਂ ਗਾਈਆਂ ਜਾਣਗੇ, ਤਾਂ ਕਿ ਯੋਧਿਆਂ 'ਚ ਜੋਸ਼ ਆਵੇ। ਤੁਸੀਂ ਤਾਂ ਉਹ ਵੀ ਢਾਡੀ ਵਾਰਾਂ ਵੀ ਉੱਥੋਂ ਚੱਕਤੀਆਂ, ਸਾਲ ਦੇ ਵਿੱਚ ਫਾਰਮੈਲਿਟੀ ਕਰਨ ਵਾਸਤੇ ਇੱਕ ਦਿਨ ਬਣਾਤਾ ਹੈ ਇਹ, ਹਾਂਜੀ ਆਜੋ ਜੀ। ਜੇ ਹਿੰਮਤ ਹੈ ਤਾਂ ਰੌ ਰੀਤਾਂ ਦੀ ਤੁਸੀਂ ਗੱਲ ਕਰਦੇ ਹੋ ਨਾ ਕਿ ਅਸੀਂ ਆਪਣੀਆਂ ਪੁਰਾਤਨ ਰੌ ਰੀਤਾਂ ਦੇ ਹਿਸਾਬ ਦੇ ਨਾਲ ਫਿਰ ਚੱਲਾਂਗੇ, ਫਿਰ ਭਗਵੰਤ ਮਾਨ ਨੇ ਅਗਰ ਆਪਣਾ ਫੈਸਲਾ ਵਾਪਸ ਨਾ ਕੀਤਾ ਤਾਂ ਅਸੀਂ ਉੱਥੋਂ ਆਪਣੇ ਲਾਮ ਲਸ਼ਕਰ ਦੇ ਨਾਲ, ਢੋਲ ਧਮਾਕੇ ਦੇ ਨਾਲ ਐਸਜੀਪੀਸੀ ਮੈਂਬਰ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੂੰ ਨਾਲ ਲੈ ਕੇ ਜਾਵਾਂਗੇ। ਉੱਥੋਂ ਜਾਵਾਂਗੇ ਕਿੱਥੇ, ਉਹ ਤਾਂ ਪਤਾ ਲੱਗ ਗਿਆ, ਭਗਵੰਤ ਮਾਨ ਦੀ ਕੋਠੀ ਦਾ ਘਰਾ ਕਰਨ ਵਾਸਤੇ ਜਾਂ ਚੰਡੀਗੜ੍ਹ ਜਾਓਗੇ ਤੁਸੀਂ, ਪਰ ਉੱਥੋਂ ਜਾਵਾਂਗੇ। ਉੱਥੋਂ ਕਿੱਥੋਂ? ਸ਼੍ਰੀ ਦਰਬਾਰ ਸਾਹਿਬ ਤੋਂ ਜਾਵਾਂਗੇ ਜਾਂ ਆਕਾ ਦੇ ਪਿੰਡੋਂ? ਕਲੀਅਰ ਕਰਿਓ ਇਹ ਵੀ ਚੀਜ਼ ਜ਼ਰਾ। ਹੁਣ ਅਸੀਂ ਇੰਨੀ ਦੁਵਿਧਾ ਦੇ ਵਿੱਚ ਅਗਰ ਹੈਗੇ ਆ, ਅਸੀਂ ਮੀਰੀ ਤੇ ਪੀਰੀ ਦੇ ਸਿਧਾਂਤਾਂ ਦੀ ਗੱਲ ਕਰਦੇ ਹਾਂ, ਅਸੀਂ ਆਪਣੀਆਂ ਰੌ ਰੀਤਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਤੇ ਹੀ ਆ ਜਾਂਦੇ ਆ। ਸਾਡੀਆਂ ਰੌ ਰੀਤਾਂ ਕੀ ਸੀ? 5 ਪ੍ਰਧਾਨੀ, 5 ਪਿਆਰਿਆਂ ਨੇ ਜੋ ਸਾਨੂੰ ਹੁਕਮ ਕੀਤਾ, ਸਾਨੂੰ ਸਿਰ ਮੱਥੇ ਪ੍ਰਵਾਨ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਤੇ ਫਿਰ ਜਿਹਨਾਂ ਨੇ 5 ਪਿਆਰੇ ਤਲਬ ਕੀਤੇ ਤੇ ਉਸ ਤੋਂ ਬਾਅਦ ਸਸਪੈਂਡ ਕਰਤੇ, ਤੁਸੀਂ ਕਿੱਦਾਂ ਉਹਨਾਂ ਦੀ ਮੰਨ ਸਕਦੇ ਹੋ? ਇਹ ਵੀ ਜ਼ਰਾ ਪਲੀਜ਼ ਐਕਸਪਲੇਨ ਕਰਿਓ ਥੋੜਾ ਜਿਹਾ। ਤੇ ਜੇ
ਤੁਸੀਂ ਰਹੁ ਰੀਤਾਂ ਦੀ ਗੱਲ ਕਰਦੇ ਹੋ, ਪੰਜ ਪ੍ਰਧਾਨੀ ਦੀ ਗੱਲ ਕਰਦੇ ਹੋ, ਸਿੱਖ ਪਰੰਪਰਾਵਾਂ ਦੀ ਗੱਲ ਕਰਦੇ ਹੋ, ਤਾਂ ਅਕਾਲ ਤਖਤ ਦਾ ਜਥੇਦਾਰ ਕਿਹੜੀਆਂ ਰਹੁ ਰੀਤਾਂ ਨਾਲ ਜਾਂ ਸਾਡੀ ਕਿਹੜੀ ਪਰੰਪਰਾ ਸੀ ਜਿਹਦੇ ਨਾਲ ਉਸ ਨੂੰ ਉਸ ਸਥਾਨ ਤੇ, ਉਸ ਪਾਕ ਸਥਾਨ ਤੇ, ਅਕਾਲ ਤਖਤ ਸਾਹਿਬ ਤੇ ਬਿਠਾਇਆ ਜਾਂਦਾ ਸੀਗਾ, ਕਾਬਜ਼ ਕਰਵਾਇਆ ਜਾਂਦਾ ਸੀਗਾ। ਓਬਵੀਅਸਲੀ ਪਤਾ ਹੋਣਾ ਹੀ ਹੈ ਤੁਹਾਨੂੰ, ਸਰਬੱਤ ਖਾਲਸਾ ਬੁਲਾਉਣ ਦੇ ਵਿੱਚ ਸਾਡੀ ਕਿਉਂ ਜਾਨ ਨਿਕਲਦੀ ਹੈ। ਮੀਰੀ ਤੇ ਪੀਰੀ ਦਾ ਸਿਧਾਂਤ ਹੈ। ਅੱਜ ਤੱਕ ਨਿਹੰਗ ਸਿੰਘ ਜਥੇਬੰਦੀਆਂ, ਚਾਹੇ ਬੁੱਢਾ ਦਲ ਨੇ, ਚਾਹੇ ਧਰਨਾ ਦਲ ਨੇ, ਚਾਹੇ ਹੋਰ ਪੁਰਾਣੀਆਂ ਜਿੰਨੀਆਂ ਮਿਸਲਾਂ ਹੈ ਨੇ, ਸਾਨੂੰ ਦੱਸ ਦਿਓ ਤੁਸੀਂ ਕਦੇ ਉਹਨਾਂ ਮਿਸਲਾਂ ਨੂੰ ਸੰਪਰਕ ਕੀਤਾ, ਇਹ ਕਿਹਾ ਵੀ ਤੁਸੀਂ ਆਓ ਜੀ ਅਕਾਲ ਤਖਤ ਸਾਹਿਬ ਦੇ ਕੋਲ ਪੁਰਾਣੀ ਜਿਹੜੀਆਂ ਸਾਡੀਆਂ ਰਹੁ ਰੀਤਾਂ ਸੀਗੀਆਂ ਉਹਦਾ ਤੁਸੀਂ ਆ ਕੇ ਇੱਥੇ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਅਸੀਂ ਇੱਕ ਪਾਸਾ ਸਾਂਭ ਰਹੇ ਹਾਂ, ਦੂਜਾ ਤੁਸੀਂ ਸਾਨੂੰ ਸੰਤ ਤੇ ਸਿਪਾਹੀ ਦਾ ਕਿਰਦਾਰ ਤਾਂ ਹੀ ਪੂਰਾ ਹੋਣਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਜੋ ਵਚਨ ਸਾਨੂੰ ਦਿੱਤੇ ਉਹ ਤਾਂ ਹੀ ਪੂਰੇ ਹੋਣੇ ਨੇ, ਕਿਉਂਕਿ ਦੋ ਤਲਵਾਰਾਂ ਫੜਨ ਦੀ ਹਿੰਮਤ ਸਾਡੇ ਇਹਨਾਂ ਯੋਧਿਆਂ ਦੇ ਵਿੱਚ ਤਾਂ ਹੈ ਨਹੀਂ ਜਿਹੜੇ ਅੱਜ ਪੀਰੀ ਦੇ ਸਿਧਾਂਤ ਨੂੰ ਲਈ ਗੁਰਦੁਆਰਿਆਂ 'ਚ ਕਾਬਜ਼ ਹੋਏ ਬੈਠੇ ਨੇ, ਕਿਉਂਕਿ ਉਹ ਗੋਲਕਾਂ ਤੱਕ ਹੀ ਚੌਂਕੜੇ ਮਾਰ ਕੇ ਸੀਮਤ ਨੇ। ਠੀਕ ਹੈ ਜੀ, ਪੀਰ ਬਣਨ ਦੀ ਜਿਹੜੇ ਕੋਸ਼ਿਸ਼ ਕਰ ਰਹੇ ਨੇ। ਤੇ ਮੀਰੀ ਦਾ ਸਿਧਾਂਤ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਅਪਣਾਇਆ ਆ, ਸ਼ਸਤਰਧਾਰੀ ਹੋ ਕੇ ਹਰ ਥਾਂ ਤੇ ਨਜ਼ਰ ਆਉਂਦੇ ਨੇ। ਤੇ ਬੇਨਤੀਆਂ ਮੈਂ ਪਹਿਲਾਂ ਹੀ ਬਹੁਤ ਵਾਰ ਕੀਤੀਆਂ, ਤੇ ਮੀਰੀ ਤੇ ਪੀਰੀ ਦਾ ਸਿਧਾਂਤ ਜੇ ਹਰ ਗੁਰੂ ਘਰ ਦੇ ਵਿੱਚ ਲਾਗੂ ਹੁੰਦਾ, ਜਿੱਥੇ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਤਾਂ ਕਦੇ ਬੇਅਦਬੀਆਂ ਹੋ ਹੀ ਨਹੀਂ ਸਕਦੀਆਂ। ਪਰ ਤੁਸੀਂ ਹੋਣ ਹੀ ਨਹੀਂ ਦਿੱਤਾ, ਕੜਮ ਚੌਧਰੀ ਬਿਠਾ ਦਿੱਤੇ ਉੱਥੇ, ਤੁਸੀਂ ਨਿਸ਼ਾਨ ਸਾਹਿਬ ਇੱਕ ਲਾ ਦਿੱਤਾ ਉੱਥੇ, ਗੋਲਕ ਰੱਖ ਦਿੱਤੀ, ਖਾਨਾ ਪੂਰਤੀ ਹੋਈ, ਪੂਰਾ ਹੋ ਗਿਆ। ਮੈਂ ਪਹਿਲਾਂ ਵੀ ਕਿਹਾ ਆ, ਜੇ ਤੁਸੀਂ ਇਹ ਨਿਹੰਗ ਸਿੰਘ ਜਥੇਬੰਦੀਆਂ ਨੂੰ ਆਪਣੇ ਨਾਲ ਲੈ ਕੇ ਤੁਰੇ ਹੁੰਦੇ, ਤੁਹਾਨੂੰ ਪਤਾ ਆ ਦੋਨੋਂ ਸਿਧਾਂਤ ਤੁਸੀਂ ਨਹੀਂ ਫੋਲੋ ਕਰ ਸਕਦੇ, ਚਾਹ ਕੇ ਵੀ ਨਹੀਂ ਕਰ ਸਕਦੇ ਫੋਲੋ। ਤੁਹਾਡੇ ਕੋਲ ਇੱਕ ਸ਼੍ਰੀ ਸਾਹਿਬ ਨਹੀਂ ਸਾਂਭੀ ਜਾਂਦੀ, ਦੋ ਤੁਸੀਂ ਕਿੱਥੋਂ ਸਾਂਭ ਲਓਗੇ? ਤੁਹਾਡੇ ਕੋਲ ਧਰਮ ਨਹੀਂ ਸਾਂਭਿਆ ਜਾਂਦਾ, ਤੁਸੀਂ ਰਾਜਨੀਤੀ ਕਿੱਥੋਂ ਸਾਂਭ ਲਓਗੇ? ਇਸ ਕਰਕੇ ਤੁਸੀਂ ਧਰਮ ਦੇ ਠੇਕੇਦਾਰ ਬਣ ਗਏ ਤੇ ਰਾਜਨੇਤਾਵਾਂ ਦੇ ਥੱਲੇ ਲੱਗ ਗਏ। ਧਰਮ ਦੇ ਕੰਮ ਜਿਹੜੇ ਸੀ, ਧਰਮ ਦੇ ਕੰਮ ਵਾਸਤੇ ਪੈਸਾ ਜਿਹੜਾ ਸੀਗਾ ਉਹ ਵੀ ਰਾਜਨੇਤਾ ਦੇ ਘਰਾਂ ਦੇ ਵਿੱਚ ਢੇਰੀ ਕਰਨਾ ਸ਼ੁਰੂ ਕਰਤਾ। ਉਹਨਾਂ ਨੂੰ ਤੁਸੀਂ ਕਰੋੜਪਤੀ ਅਰਬਪਤੀ ਬਣਾਤਾ ਤੇ ਕੌਮ ਨੂੰ ਤੁਸੀਂ ਰੋੜਪਤੀ ਬਣਾ ਕੇ ਸੜਕਾਂ ਤੇ ਲਿਆਤਾ। ਧਰਮ ਦੀਆਂ ਗੱਲਾਂ ਕਰਦੇ ਹੋ। ਗੁਰੂ ਰਾਮਦਾਸ ਹਸਪੀਟਲ ਬਣਾਤਾ ਤੁਸੀਂ, ਇੰਨੇ SGPC ਦੇ ਕਾਲਜ ਚੱਲਦੇ ਆ, ਸਕੂਲ ਚੱਲਦੇ ਆ, ਉੱਥੇ ਸਿੱਖਿਆ ਤੁਸੀਂ ਮੁਫਤ ਕਿਉਂ ਨਹੀਂ ਕਰ ਸਕਦੇ? ਫਿਰ ਈਸਾਈਆਂ ਵੱਲ ਤੁਸੀਂ ਅੱਖਾਂ ਚੱਕ ਚੱਕ ਦੇਖਦੇ ਹੋ, ਉਹ ਗਰੀਬ ਬੱਚਿਆਂ ਨੂੰ ਪੜ੍ਹਾਈ ਕਿੱਦਾਂ ਕਰਵਾ ਰਹੇ ਨੇ ਮੁਫਤ? ਉਹ ਕਿਉਂ, ਚਾਹੇ ਹਿੰਦੂ ਦਾ ਬੱਚਾ ਹੋਵੇ, ਮੁਸਲਮਾਨ ਦਾ ਹੋਵੇ, ਸਿੱਖ ਦਾ ਹੋਵੇ, ਬੋਧੀ ਦਾ ਹੋਵੇ, ਜੈਨੀ ਦਾ ਹੋਵੇ, ਉਹ ਕਿਉਂ ਹੱਥ ਖੋਲ ਖੋਲ ਕੇ ਕਹਿੰਦੇ ਨੇ, ਘਰਾਂ 'ਚ ਆ ਕੇ ਲੈ ਕੇ ਜਾਂਦੇ ਨੇ ਬੱਚਿਆਂ ਨੂੰ, ਅਸੀਂ ਪੜ੍ਹਾਉਂਦੇ ਹਾਂ। ਤੁਹਾਨੂੰ ਕਾਹਦੀ ਮੌਤ ਪੈਂਦੀ ਹੈ? ਕਿਉਂਕਿ ਸਿਧਾਂਤ ਅਸੀਂ ਆਪ ਮਾਰੇ ਹੋਏ ਆ। ਜੇ ਅਸੀਂ ਆਪਣੇ ਸਿੱਖ ਸਿਧਾਂਤਾਂ ਦੇ ਉੱਤੇ ਪਹਿਰਾ ਦੇਣਾ ਆ ਤਾਂ ਸਾਨੂੰ ਆਪਣੀ ਰੂਹ ਦੀ ਆਵਾਜ਼ ਸੁਣਨੀ ਪੈਣੀ ਆ, ਉਸ ਗੁਰੂ ਦੀ ਆਵਾਜ਼ ਸੁਣਨੀ ਪੈਣੀ ਆ। ਇਹ ਨਹੀਂ ਆ ਵੀ ਉਸ ਗੁਰੂ ਰਾਮਦਾਸ ਦੀ ਗੋਦੀ 'ਚ ਬਹਿ ਕੇ ਅਸੀਂ ਪ੍ਰੈਸ ਕਾਨਫਰੰਸਿਸ ਕਰਕੇ ਉੱਚੀ ਉੱਚੀ ਬੋਲ ਕੇ ਜਤਾਵਾਂਗੇ ਕਿ ਅਸੀਂ ਬਹੁਤ ਚੰਗੇ ਆ, ਬਹੁਤ ਚੰਗੇ ਆ। 200 ਮੈਂਬਰ ਨੇ, 12-13 ਸਾਲ ਹੋ ਗਏ ਆ, ਚੋਣਾਂ SGPC ਦੀਆਂ ਨਹੀਂ ਹੋਈਆਂ, ਫਿਰ ਬਹਾਨੇ ਲਾਈ ਜੋ ਕੋਰਟ ਦਾ ਸਟੇ ਸੀ, 5 ਸਾਲ ਤਾਂ ਐਵੇਂ ਹੋ ਗਏ, 5 ਸਾਲ ਤਾਂ ਐਂ ਹੋ ਗਏ। 200 ਮੈਂਬਰਾਂ ਨੇ ਉਦੋਂ ਕਿਉਂ ਨਾ ਧਰਨਾ ਕਰ ਮਾਰਿਆ? ਉਦੋਂ ਕਿਉਂ ਨਾ ਨਿਕਲੇ ਇਕੱਠੇ ਹੋ ਕੇ ਕਿ ਭਾਈ ਇੰਨੇ ਸਾਲ ਹੋ ਗਏ, SGPC ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ, ਅਸੀਂ ਮੈਂਬਰਸ਼ਿਪ ਦੇ ਉੱਤੇ ਨਹੀਂ ਰਹਿਣਾ, ਨਵੇਂ ਬੰਦੇ ਆਣ। ਪਰ ਨਹੀਂ, ਨੌਜਵਾਨ ਕੋਈ ਆਵੇ ਤਾਂ ਤੁਹਾਡੀ ਜਾਨ ਨਿਕਲਦੀ, ਕਿਉਂਕਿ ਉਹਨੇ ਆਪਣੀ ਸੋਚ ਦੇ ਹਿਸਾਬ ਨਾਲ ਅੱਗੇ ਚੱਲਣਾ ਹੈ, ਉਹਨੇ ਤੁਹਾਨੂੰ ਦੱਸਣਾ ਹੈ ਆ ਚੀਜ਼ ਗਲਤ ਹੈ ਤੇ ਆ ਸਹੀ ਹੈ। ਪਰ ਉਦਾਂ ਹੀ ਆ ਜਿੱਦਾਂ ਰਾਜਨੀਤਿਕ ਕੁਰਸੀਆਂ ਸਾਡੇ ਬੁੱਢੜੇ ਨਹੀਂ ਛੱਡਦੇ, ਉਹ ਬੈਠੇ ਆ ਵੀ ਸਾਡਾ ਤਾਂ ਲਾਇਸੈਂਸ ਆ ਜੀ, ਸਾਡਾ ਤਾਂ ਕਾਪੀਰਾਈਟ ਹੋ ਗਿਆ ਕੁਰਸੀ ਦੇ ਉੱਤੇ। 2-2 3-3 ਪੈਨਸ਼ਨਾਂ ਲਵਾ ਕੇ ਕੋਈ MLA ਤੇ ਕੋਈ MP ਵੀ ਆਰਾਮ ਨਾਲ ਬੈਠੇ ਆ। ਉਦਾਂ ਹੀ ਤੁਹਾਨੂੰ ਧਾਰਮਿਕ ਤੁਸੀਂ ਆਗੂ ਬਣ ਗਏ ਹੋ। ਫਿਰ ਅਗਰ ਤੁਹਾਨੂੰ ਅਸੀਂ ਕਹਿੰਦੇ ਆ ਕਿ ਸਾਡੇ ਅਖੌਤੀ ਧਾਰਮਿਕ ਆਗੂ, ਤਾਂ ਫਿਰ ਤੁਹਾਨੂੰ ਚੁੱਭਦੀਆਂ ਨੇ ਉਹ ਗੱਲਾਂ। ਇਸ ਕਰਕੇ ਅਗਰ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਤੁਸੀਂ ਗੱਲ ਕਰਦੇ ਹੋ, ਅਗਰ ਤੁਸੀਂ ਗੁਰੂ ਦੀ ਗੱਲ ਕਰਦੇ ਹੋ, ਬਾਣੀ ਦੀ ਗੱਲ ਕਰਦੇ ਹੋ, ਬਾਣੀ ਬਾਣੇ ਦੇ ਧਾਰਨੀਆਂ ਦੀ ਗੱਲ ਕਰਦੇ ਹੋ, ਤਾਂ ਜ਼ਰੂਰ ਕਰੋ। ਪਰ ਉਹ ਠਰਮਾ ਤੁਹਾਡੇ ਅੰਦਰ ਹੋਣਾ ਚਾਹੀਦਾ, ਉਹ ਠਹਿਰਾਵ ਤੁਹਾਡੇ ਅੰਦਰ ਹੋਣਾ ਚਾਹੀਦਾ, ਉਹ ਸੱਚਾਈ ਤੇ ਇਮਾਨਦਾਰੀ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ। ਪਰ ਅਜੇ ਤੱਕ ਤੁਹਾਡੇ ਇੰਨੇ ਮੈਂਬਰ ਬੋਲ ਕੇ ਵੀ ਗਏ ਕਿ ਸਾਡੇ ਕੋਲ ਜਵਾਬ ਨਹੀਂ ਹੁੰਦਾ। ਜਦੋਂ ਮੀਡੀਆ ਪੁੱਛਦਾ ਆ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਚੈਨਲ ਸ਼ੁਰੂ ਕਰਨ ਵਾਸਤੇ ਕਿਹਾ ਸੀ, ਅਸੀਂ ਕਿਉਂ ਨਹੀਂ ਕੀਤਾ? SGPC ਨੇ ਕਿਉਂ ਨਹੀਂ ਕੀਤਾ? ਜਥੇਦਾਰ ਸਾਹਿਬ, ਪ੍ਰਧਾਨ ਸਾਹਿਬ, ਸਾਡੇ ਕੋਲ ਜਵਾਬ ਨਹੀਂ ਹੁੰਦਾ, ਘਾਟਾਂ ਸਾਡੀਆਂ ਨੇ। ਤੁਹਾਡੇ ਕੋਲ ਉਹਦਾ ਵੀ ਜਵਾਬ ਨਹੀਂ ਸੀ, ਤੁਹਾਡੇ ਆਪਣੇ ਮੈਂਬਰ ਤੁਹਾਡੇ ਮੂੰਹ ਤੇ ਬੋਲ ਕੇ ਗਏ। ਫਿਰ ਇੱਕ ਵਾਰ ਵੀ ਸਾਹਮਣੇ ਕਿਹਾ ਉਹਨਾਂ ਨੇ ਕਿ ਬਾਦਲ ਪਰਿਵਾਰ ਤੋਂ ਛੁਟਕਾਰਾ ਚਾਹੀਦਾ ਆ। ਸੋਸ਼ਲ ਮੀਡੀਆ ਖੋਲ ਕੇ ਦੇਖ ਲਓ,
ਉਹ ਕਹਿ ਰਹੇ ਨੇ ਕਿ ਐਸਜੀਪੀਸੀ ਤੋਂ ਅਗਰ ਬਾਦਲ ਪਰਿਵਾਰ ਇਲਾਕਾ ਹੋ ਜਾਂਦਾ, ਕਬਜ਼ਾ ਇਹਨਾਂ ਦਾ ਹਟ ਜਾਂਦਾ ਤਾਂ ਕੌਮ ਚੜ੍ਹਦੀ ਕਲਾ ਵਿੱਚ ਹੋਏਗੀ। ਪਰ ਅਸੀਂ ਇਹਨਾਂ ਦੀਆਂ ਜੁੱਤੀਆਂ 'ਚ ਪਾਣੀ ਪੀਣਾ ਕਦੋਂ ਹਟਾਂਗੇ? ਡਰ ਕਾਹਦਾ ਹੈ ਸਾਨੂੰ? ਉਸ ਅਕਾਲ ਦੇ ਤਖਤ ਦੇ ਕਰੀਬ ਹੋ ਤੁਸੀਂ, ਉੱਥੇ ਵਿਰਾਜਮਾਨ ਹੋ ਤੁਸੀਂ, ਗੁਰੂ ਰਾਮਦਾਸ ਦੀ ਗੋਦੀ ਵਿੱਚ ਬੈਠੇ ਹੋ, ਪਰ ਫਿਰ ਵੀ ਅਸੀਂ ਉੱਥੇ ਬਹਿ ਕੇ ਕਿਉਂ ਦਲਾਲ ਬਣੇ ਆ ਕਿਸੇ ਦਾ? ਬਹੁਤ ਸਾਰਾ ਮਤਲਬ ਦਰਦ ਹੁੰਦਾ ਹੈ ਅੰਦਰ। ਤੁਸੀਂ ਸਾਨੂੰ ਮਨਮੁਖ ਕਹਿ ਲਓ, ਕੋਈ ਗੱਲ ਨਹੀਂ, ਅਸੀਂ ਅੱਖਾਂ ਬੰਦ ਕਰ ਲੈਂਦੇ ਹਾਂ। ਮੈਂ ਤਾਂ ਖਾਸ ਕਰਕੇ ਕਹਿੰਦਾ, ਜਦੋਂ ਵੀ ਮੈਨੂੰ ਕੋਈ ਅਜਿਹਾ ਕਹਿੰਦਾ ਤਾਂ ਮੈਂ ਅੱਖਾਂ ਬੰਦ ਕਰ ਲੈਂਦਾ ਤੇ ਮੈਨੂੰ ਗੁਰੂ ਨਾਨਕ ਦੇਵ ਜੀ ਕਿਤੇ ਨਾ ਉਹਨਾਂ ਦੀ ਜੋ ਛਵੀ ਜੀ ਹੈ ਥੋੜੀ ਜਿਹੀ ਅੱਖਾਂ ਸਾਹਮਣੇ ਆ ਜਾਂਦੀ ਤੇ ਕੋਈ ਚੀਜ਼ ਧਿਆਨ ਦੇ ਵਿੱਚ ਆਉਂਦੀ ਵੀ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ, ਮੈਂ ਬਾਹਰ ਦਾ ਜਨੇਊ ਨਹੀਂ ਪਾਣਾ, ਮੈਨੂੰ ਆਤਮਿਕ ਜਨੇਊ ਚਾਹੀਦਾ ਹੈ। ਤਾਂ ਕਿਤੇ ਨਾ ਕਿਤੇ ਉਸ ਗੁਰੂ ਨੇ ਸਾਨੂੰ ਆਤਮਿਕ ਜਨੇਊ ਪਾਇਆ ਹੋਇਆ ਹੈ। ਘੱਟੋ ਘੱਟ ਜ਼ਮੀਰ ਸਾਡੇ ਜਾਗਦੇ ਆ, ਕਿਸੇ ਕਰਕੇ ਕਿਸੇ ਦੇ ਥੱਲੇ ਨਹੀਂ ਲੱਗਦੇ, ਜ਼ਮੀਰ ਆਪਣਾ ਵੇਚਦੇ ਨਹੀਂ। ਅਸੀਂ ਕਿਸੇ ਦੀ ਜੇਬਾਂ ਭਰਨ ਵਾਸਤੇ ਗੁਰੂ ਦੀਆਂ ਗੋਲਕਾਂ ਖਾਲੀ ਨਹੀਂ ਕਰਦੇ। ਅਸੀਂ ਆਪਣੇ ਗਰੀਬ ਸਿੱਖਾਂ ਦੇ ਹੱਕ ਮਾਰ ਕੇ ਦੂਜਿਆਂ ਦੇ ਘਰ ਨਹੀਂ ਭਰਦੇ। ਅਸੀਂ ਐਸਜੀਪੀਸੀ ਦੇ ਨਾਮ ਤੇ, ਗੁਰੂ ਘਰਾਂ ਦੇ ਨਾਮ ਦੇ ਉੱਤੇ ਵੱਡੇ ਵੱਡੇ ਹਸਪੀਟਲ, ਵੱਡੇ ਵੱਡੇ ਐਜੂਕੇਸ਼ਨ ਸੈਂਟਰਸ ਖੋਲ ਕੇ, ਅਦਾਰੇ ਖੋਲ ਕੇ ਅਸੀਂ ਗਰੀਬਾਂ ਦੇ ਨਾਲ ਗਰੀਬ ਮਾਰ ਨਹੀਂ ਕਰਦੇ ਕਿ ਲਿਆਓ ਜੀ ਐਡਮਿਸ਼ਨ ਚਾਹੀਦਾ, ਇੰਨੀ ਫੀਸ। ਸਰਾਹਾਂ ਵੱਡੀਆਂ ਵੱਡੀਆਂ ਗੁਰੂ ਦੇ ਨਾਮ ਤੇ, ਗੁਰੂ ਦੇ ਪੈਸੇ ਤੋਂ ਬਣਾ ਕੇ ਅਸੀਂ ਨੋਟ ਨਹੀਂ ਖੱਟਦੇ। ਦਰਬਾਰ ਸਾਹਿਬ ਹੀ ਹਲੇ 2-3 ਦਿਨ ਪਹਿਲਾਂ ਕੋਈ ਨੋਨ ਜਾਣ ਪਹਿਚਾਣ ਦਾ ਜਾ ਕੇ ਆਇਆ ਹੈ, ਸਰਾਂ ਦੇ ਵਿੱਚ ਕਮਰਾ ਲੈਣ ਵਾਸਤੇ। ਉਹ ਸਾਰੀ ਦਿਹਾੜੀ ਧੱਕੇ ਖਾਂਦਾ ਰਿਹਾ, ਨਹੀਂ ਮਿਲਿਆ। ਹਾਰ ਕੇ ਫਿਰ ਕਿਸੇ ਤੋਂ ਫੋਨ ਕਰਵਾਇਆ ਤਾਂ ਜਾ ਕੇ ਕਮਰਾ ਮਿਲਿਆ ਉਸਨੂੰ। ਫੋਨ ਕਰਵਾਉਣੇ ਜ਼ਰੂਰੀ ਨੇ, ਕਮਰੇ ਖਾਲੀ ਪਏ ਨੇ, ਪਰ ਫੋਨ ਕਰਵਾਓ, ਚੜਾਵੇ ਚੜਾਓ। ਆਹ ਦੁਕਾਨਦਾਰੀਆਂ ਨੇ ਤੁਹਾਡੀਆਂ। 20 ਵੀਡੀਓਜ਼ ਵੀ ਪਈਆਂ ਨੇ, ਦਰਬਾਰ ਸਾਹਿਬ ਦੀਆਂ ਹੀ ਪਈਆਂ ਨੇ, ਹੋਰ ਗੁਰੂ ਘਰਾਂ ਦੀਆਂ ਪਈਆਂ ਨੇ। ਜਿੱਥੇ ਸਰਾਂ 'ਚ ਕਮਰਾ ਵੀ ਲੈਣਾ ਹੋਵੇ ਤਾਂ ਤੁਹਾਡੇ ਕੜਮ ਚੌਧਰੀਆਂ ਦੇ ਆ ਕੇ ਹੱਥ ਜੋੜਨੇ ਪੈਂਦੇ ਨੇ, ਪੈਰੀ ਪੈਣੇ ਪੈਂਦੇ ਨੇ। ਕਿਉਂ ਤੁਸੀਂ ਜਿੰਨੇ ਰੂਮ ਖਾਲੀ ਨੇ ਤੁਸੀਂ ਆਨਲਾਈਨ ਕਿਉਂ ਨਹੀਂ ਪਾਉਂਦੇ ਵੀ ਆਹ ਸਰਾਂ ਦੇ ਵਿੱਚ ਇੰਨੇ ਕਮਰੇ ਖਾਲੀ, ਆਹ ਸਰਾਂ ਦੇ ਵਿੱਚ ਇੰਨੇ ਕਮਰੇ ਖਾਲੀ? ਠੀਕ ਹੈ, ਕੋਈ ਵੀਆਈਪੀ ਆਉਂਦੇ ਨੇ, ਉਹਨਾਂ ਵਾਸਤੇ 2-4 ਕਮਰੇ ਰਿਜ਼ਰਵ ਰੱਖ ਲਓ ਤੁਸੀਂ, ਨੋ ਇਸ਼ੂਜ਼। ਅਸੀਂ ਇਹ ਨਹੀਂ ਕਹਿੰਦੇ ਕਿ ਨਾ ਰੱਖੋ, ਰੱਖ ਲਓ, ਪਰ ਆਨਲਾਈਨ ਪਤਾ ਤਾਂ ਹੋਣਾ ਚਾਹੀਦਾ ਕਿ ਇੱਕ ਸਰਾਂ ਦੇ ਵਿੱਚ ਕਿੰਨੇ ਕਮਰੇ ਨੇ। ਨੈਟ ਦੇ ਉੱਤੇ ਸਭ ਕੁਝ ਹੁੰਦਾ ਹੈ, ਕਿਉਂ ਨਹੀਂ ਤੁਸੀਂ ਵੈਬਸਾਈਟਸ ਦੇ ਉੱਤੇ ਪਾਉਂਦੇ? ਜਿਹਦੇ ਨਾਮ ਤੇ ਬੁਕਿੰਗ ਹੈ, ਜੋ ਉੱਥੇ ਆਇਆ ਆਨਲਾਈਨ ਚੜਾਓ, ਪਰ ਉੱਥੇ ਤੁਹਾਨੂੰ ਮੌਤ ਪਊਗੀ ਨਾ, 2 ਨੰਬਰ ਦੀ ਕਮਾਈ ਨਹੀਂ ਹੋਣੀ, ਸੰਤਰੀਆਂ ਮੰਤਰੀਆਂ ਦੀਆਂ ਖਾਨਾ ਪੂਰਤੀਆਂ ਨਹੀਂ ਹੋਣੀਆਂ। ਉਹਨਾਂ ਨੂੰ ਅਗਰ ਮੀਟਿੰਗਾਂ ਵਾਸਤੇ, ਉਹਨਾਂ ਦੀ ਮੀਟਿੰਗ ਵਾਸਤੇ ਅਗਰ ਅੰਮ੍ਰਿਤਸਰ ਸਾਹਿਬ ਆਉਣਾ ਆ ਤਾਂ ਹੋਟਲਾਂ 'ਚ ਕਮਰੇ ਲੈਣੇ ਪੈਣੇ ਨੇ। ਹੋਟਲਾਂ ਦਾ ਉਹ ਪੈਸਾ ਕਿਉਂ ਖਰਚ ਕਰਨਗੇ ਭਾਈ? ਵੱਡੀਆਂ ਵੱਡੀਆਂ ਸਰਾਹਾਂ ਕਾਹਦੇ ਵਾਸਤੇ ਬਣਾਈਆਂ ਨੇ ਹੋਟਲਾਂ ਵਰਗੀਆਂ? ਸਾਡੀਆਂ ਮੀਟਿੰਗਾਂ ਉੱਥੇ ਹੋਣਗੀਆਂ, ਮੀਟਿੰਗ ਹਾਲ ਵੀ ਉਹਨਾਂ ਦੇ ਵਰਤੇ ਜਾਣਗੇ। ਇਹ ਗੁਰੂ ਨਾਲ ਧੋਖਾ ਨਹੀਂ ਹੈ, ਇਹ ਦਗਾ ਨਹੀਂ ਹੈ, ਇਹ ਸੰਗਤ ਨਾਲ ਧੋਖਾ ਨਹੀਂ ਹੈ, ਦਗਾ ਨਹੀਂ ਹੈ। ਦੱਸੋ, ਜੇ ਨਹੀਂ ਹੈ ਤਾਂ ਠੀਕ ਹੈ, ਫਿਰ ਰੱਬ ਰਾਖਾ। ਗੁਰੂ ਰਾਮਦਾਸ ਜੀ ਦੇਖੋ, ਕਲਗੀਧਰ ਦੇਖੋ, ਬਾਬਾ ਨਾਨਕ ਦੇਖੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਖਣਗੇ। ਤੇ ਇੱਕ ਚੀਜ਼ ਮੈਂ ਕੱਲ ਵੀ ਕਹੀ ਸੀ, ਪਦਛੇਦ ਸਰੂਪ ਅਗਰ ਹੋ ਸਕਦਾ ਹੈ, ਬੇਨਤੀ ਆ ਕਿ ਗੁਰੂ ਘਰਾਂ ਦੇ ਵਿੱਚ ਪਦਛੇਦ ਸਰੂਪ ਚਕਵਾ ਕੇ ਤੇ ਲੜੀਵਾਰ ਸਰੂਪ ਪ੍ਰਕਾਸ਼ਿਤ ਕਰਨੇ ਸ਼ੁਰੂ ਕਰੋ, ਉਹਨਾਂ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰੋ। ਤੇ ਐਸਜੀਪੀਸੀ ਨੂੰ ਗੁਹਾਰ ਬਾਰ-ਬਾਰ ਲਾ ਰਿਹਾ, ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਵੀ ਸਤਿਕਾਰ ਸਹਿਤ ਬੇਨਤੀ ਕਰਦਾ ਹਾਂ ਵੀ ਲੜੀਵਾਰ ਸਰੂਪ ਉਹਦੀ ਸੰਥਿਆ ਦੇਣ ਵਾਸਤੇ ਕੁਝ ਉਪਰਾਲੇ ਕੀਤੇ ਜਾਣ। ਹੋਰ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ, ਹੋਰ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ, ਮਿਸਲਾਂ ਹੈਗੀਆਂ ਨੇ, ਨਿਹੰਗ ਸਿੰਘ ਅਦਾਰੇ ਹੈਗੇ ਨੇ ਜਿਨ੍ਹਾਂ ਦੇ ਕੋਲ ਲੜੀਵਾਰ ਸਰੂਪ ਪਏ ਨੇ, ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਸੰਥਿਆ ਲੜੀਵਾਰ ਸਰੂਪ ਦੀ ਬੱਚਿਆਂ ਨੂੰ ਦੇਣੀ ਸ਼ੁਰੂ ਕਰੋ। ਪਦਛੇਦ ਸਰੂਪਾਂ ਤੋਂ ਥੋੜ੍ਹਾ ਬੱਚਿਆਂ ਨੂੰ ਦੂਰ ਕਰੋ ਤੇ ਵਿਆਖਿਆ ਕਰਨੀ ਹੈ, ਉਸ ਦਾ ਟੀਕਾ ਕਰਨਾ ਹੈ ਤਾਂ ਉਹਨਾਂ ਸਰੂਪਾਂ ਦੇ ਵਿੱਚੋਂ ਕੀਤਾ ਜਾਵੇ। ਕਿਉਂਕਿ ਉਸ ਤੋਂ ਬਾਅਦ ਦੇ ਜਿਹੜੇ ਸਰੂਪ ਹੈ ਨੇ, ਈਵਨ 18ਵੀਂ ਸਦੀ ਤੋਂ 1870 1880 ਤੋਂ ਬਾਅਦ ਜਿੰਨਾ ਸਿੱਖ ਇਤਿਹਾਸ ਪਦਛੇਦ ਦੇ ਵਿੱਚ ਲਿਖਿਆ ਗਿਆ ਕਿਤਾਬਾਂ ਦੇ ਰੂਪ ਦੇ ਵਿੱਚ, ਉਹਦੇ ਵਿੱਚ ਵੀ ਬਹੁਤਾਤ ਥਾਂ ਤੇ ਮਿਲਾਵਟ ਹੈ। ਉਸ ਦੇ ਵੀ ਮੈਂ ਪ੍ਰਤੱਖ ਪ੍ਰਮਾਣ ਹਲੇ ਲੱਭ ਰਿਹਾ ਹਾਂ। ਕੌਣ ਸੀ, ਕਿਹਨੇ ਸੀ, ਕਿੱਦਾਂ ਕੀਤਾ, ਅੰਗਰੇਜ਼ਾਂ ਨੇ ਕਿੱਦਾਂ ਪ੍ਰੋਜੈਕਟ ਕੀਤਾ ਸੀ, ਕਿਉਂ ਉਸ ਨੂੰ ਸਿੱਖ ਇਤਿਹਾਸ ਵਿਗਾੜਨ ਵਾਸਤੇ ਕਿਹਾ ਸੀਗਾ, ਉਹ ਵੀ ਜ਼ਰੂਰ ਤੁਹਾਡੇ ਸਾਹਮਣੇ ਜਲਦ ਲਿਆ ਕੇ ਰੱਖਾਂਗਾ। ਅੱਜ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਮੇਰੀ ਪੀਰੀ ਦਿਹਾੜੇ ਦੇ ਉੱਤੇ ਇੱਕ ਵਾਰ ਫਿਰ ਤੋਂ ਦੇਸ਼ ਵਿਦੇਸ਼ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਪਰ ਮੈਂ ਆਪ ਅਜੇ ਵੀ ਕਨਫਿਊਜ਼ਡ ਹਾਂ, ਕਿਉਂਕਿ ਅਗਰ ਅਸੀਂ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ 11 ਤੇ 12 ਜੂਨ 2 ਤਰੀਕਾਂ ਸਾਨੂੰ ਮਿਲਦੀਆਂ ਨੇ। ਅੱਜ 28 ਜੂਨ ਹੈ, ਪਰ ਫਿਰ ਵੀ ਚਲੋ, ਜਿਹਦੀਆਂ ਗਲਤੀਆਂ ਹੈ ਨੇ, ਸਾਡੇ ਦਿਹਾੜੇ ਇੱਕ ਦਿਨ ਤੇ ਨਹੀਂ ਆਉਂਦੇ, ਤਾਂ ਉਹ ਗਲਤੀਆਂ ਉਹ ਰੱਬ ਵੇਖੇ। ਪਰ ਦੇਸ਼ ਵਿਦੇਸ਼ ਦੀ ਸੰਗਤ ਨੂੰ ਅੱਜ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਆਪਣਾ ਜ਼ਮੀਰ ਹਮੇਸ਼ਾ ਜਗਾ ਕੇ ਰੱਖਿਓ ਪੰਜਾਬੀਓ, ਜਿੱਥੇ ਵੀ ਦੁਨੀਆ 'ਚ ਤੁਸੀਂ ਵੱਸਦੇ ਹੋ। ਕਦੇ ਵੀ ਕਿਸੇ ਨਾਲ ਕਾਣੀ ਵੰਡ ਨਾ ਕਰਿਓ ਤੇ ਗਲਤ ਨੂੰ ਗਲਤ, ਸਹੀ ਨੂੰ ਸਹੀ ਕਹਿਣ ਦੀ ਹਿੰਮਤ ਰੱਖਿਓ।
ਜਿੰਨੇ ਪਰਮਾਤਮਾ ਨੇ ਸਵਾਸ ਦਿੱਤੇ ਨੇ, ਜੇ ਚਾਹੁੰਦੇ ਹੋ ਗੁਰੂ ਰਾਮਦਾਸ ਦੋਨੇ ਬਾਹਾਂ ਖੋਲ ਕੇ ਤੁਹਾਨੂੰ ਆਪਣੀ ਗੋਦੀ 'ਚ ਸਹਾਰਾ ਦੇਣ, ਜਗ੍ਹਾ ਦੇਣ, ਤਾਂ ਇਹ ਚੀਜ਼ਾਂ ਤੁਹਾਨੂੰ ਕਰਨੀਆਂ ਪੈਣੀਆਂ ਨੇ। ਬਾਕੀ ਬਹੁਤ ਕੁੱਤੇ ਨੇ ਜਿਹੜੇ ਭੌਂਕਦੇ ਨੇ, ਹਾਥੀ ਦਾ ਫਰਜ਼ ਹੁੰਦਾ ਆਪਣੀ ਚਾਲ ਚੱਲਣਾ। ਜੇ ਤੁਹਾਨੂੰ ਉਸ ਵਾਹਿਗੁਰੂ ਤੇ ਭਰੋਸਾ ਹੈ, ਸੱਚਾਈ ਤੇ ਇਮਾਨਦਾਰੀ ਦੇ ਨਾਲ ਕਮਾਈਆਂ ਕਰਦੇ ਰਹੋ, ਦਸਾਂ ਨੌਹਾਂ ਦੀ ਕਿਰਤ ਕਰਦੇ ਰਹੋ, ਕਿਸੇ ਦਾ ਹੱਕ ਨਾ ਮਾਰੋ, ਕਿਸੇ ਦਾ ਦਿਲ ਨਾ ਦੁਖਾਓ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਸਬਸਕ੍ਰਾਈਬ ਮੈਨੂੰ ਪਤਾ ਤੁਸੀਂ ਆਪ ਹੀ ਚੈਨਲ ਕਰ ਦੇਣਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।